गुड मॉर्निंग बेटा। नैक्सट चैप्टर है अपना एवोल्यूशन। मॉलिकुलर बेसिस ऑफ इनहेरिटेंस तो बाद जो अगला चैप्टर है वो है एवोल्यूशन। एवोल्यूशन का मतलब की है, वट डज इट मीन। ਇਹਦਾ मतलब ये है कि ਸਾਡੀ ਜਿਹੜੀ ਸਾਡਾ ओरिजिन है वो कित्थों होया है, किवें होया है। ਅਸੀਂ प्री एग्जिस्टिंग ਜਿਹੜੇ सैल है उन्होंने तो ही फॉर्म होए हैं। ठीक है, वी कैन से इट्स अ अनफोल्डिंग ऑफ नेचर। ठीक है, जो पास ਦੇ ਵਿੱਚ ਹੋਇਆ ਉਹ ਕੀ ਹੋਇਆ ਸੀ, ਕਿਸ ਤਰੀਕੇ ਨਾਲ ਹੋਇਆ, ਵਟ ਵਰ ਦ ਕੰਡੀਸ਼ਨਸ। ਠੀਕ ਹੈ, ਸੋ ਜਿਹੜਾ ਇਹ ਵਰਡ ਹੈ ਗ੍ਰੀਕ ਵਰਡ ਹੈ दैट मीन ई मीन आउट, वॉल्वर मतलब टू रोल, स्पेंसर रोल आउट थिंग्स। ठीक है, अनफोल्डिंग of past, so this is called evolution. So you can define it. It is unfolding of nature that brings about an elderly change from one form or conditions to other, resulting in descendants. This descendant मतलब past becoming different from ancestor. Evolution actually a law of nature है। ठीक है, ये ongoing process है। ਇਹ ਨਹੀਂ ਗਾ ਕਿ ਜਿਹੜਾ ਹੋਇਆ ਪਹਿਲਾਂ ਹੋਇਆ ਸੀਗਾ ਉਹ ਅੱਜ ਨਹੀਂ ਹੋਏਗਾ। ਅਸੀਂ ਵੀ ਐਵੋਲਿਊਟ ਹੋ ਰਹੇ ਹਾਂ, ਡੇ ਟੂ ਡੇ ਵੀ ਆਰ ਗੋਇੰਗ ਟੂ ਚੇਂਜ। ਸਿੰਪਲ ਕੰਸੈਪਟ ਹੈ। ਤੁਸੀਂ ਇਹ ਦੇਖੋ ਕਿ ਸਾਡੇ ਅੱਜ ਕੱਲ੍ਹ ਪਾਪੂਲੇਸ਼ਨ ਦੇ ਵਿੱਚ ਸਾਡਾ ਜਿਹੜਾ ਕੰਨ ਦਾ ਪਿੰਨਾ ਹੈ, ਪਿੰਨਾ ਹੁੰਦਾ ਜਿਹੜਾ ਥੱਲੇ ਮਸਲਸ ਲਮਕਦਾ ਜਿਹਾ ਹੁੰਦਾ, ਉਹ ਮੋਸਟ ਆਫ ਪਾਪੂਲੇਸ਼ਨ ਦੇ ਵਿੱਚੋਂ ਗਾਇਬ ਹੋ ਰਿਹਾ ਹੈ। ਸਾਡੀ ਜਿਹੜਾ ਵਿਜ਼ਡਮ ਟੀਥ ਹੈ, ਅਕਲ ਜਾੜ ਜਿਹਨੂੰ ਕਹਿੰਦੇ ਆ ਅੱਜ ਕੱਲ੍ਹ, ਉਹ ਨਹੀਂ ਕਿਸੇ ਦੇ ਆਉਂਦੀ। ਪੂੰਛ ਆਲਰੇਡੀ ਕੌਡਲ ਜਿਹੜਾ ਵਰਟੀਬਰਾ ਆਪਾਂ ਦੇਖਦੇ ਹਾਂ ਕਿ ਉਹ ਸਾਡੇ ਹੈ ਨਹੀਂ ਗਾ। ਤਾਂ ਦੀਜ਼ ਆਰ ਦਾ ਸਰਟਨ ਚੇਂਜਿਸ ਵਿਚ ਵੀ ਆਰ ਅਬਜ਼ਰਵਿੰਗ ਟੂਡੇ ਨਾ। ਤਾਂ ਇਸ ਤਰੀਕੇ ਨਾਲ ਜੇ ਚੇਂਜਿਸ ਹੋਰ ਆਉਂਦੀਆਂ ਜਾਣ ਤਾਂ ਕੀ ਅਸੀਂ ਟੋਟਲੀ ਚੇਂਜ ਨਹੀਂ ਕਰਾਂਗੇ? ਅਸੀਂ ਆਉਣ ਵਾਲੀ ਜਿਹੜੀ ਜਨਰੇਸ਼ਨ ਉਹਦੇ ਐਨਸੈਸਟਰ ਨਹੀਂ ਬਣ ਜਾਵਾਂਗੇ। ਸੋ ਦੈਟ ਇਜ਼ ਏ ਐਵੋਲਿਊਸ਼ਨ। ਸੋ ਇਹ ਇਸ ਤਰ੍ਹਾਂ ਹੁੰਦਾ, ਇਹ ਡਿਪੈਂਡ ਕਰਦਾ ਸਾਡੀ ਸਰਵਾਈਵਲ 'ਤੇ। ਅਸੀਂ ਸਰਵਾਈਵ ਕਰਨ ਲਈ ਆਪਦੇ ਆਪ ਨੂੰ ਮੋਡੀਫਾਈ ਕਰਦੇ ਹਾਂ, ਆਪਦੇ ਆਪ ਨੂੰ ਚੇਂਜ ਕਰਦੇ ਹਾਂ। ਸੋ ਦੈਟ ਸਰਵਾਈਵਲ ਔਰ ਨੀਡ ਆਫ ਸਰਵਾਈਵਲ, ਅਰਜ ਆਫ ਸਰਵਾਈਵਲ ਇਜ਼ ਅ ਬੇਸਿਸ ਆਫ ਐਵੋਲਿਊਸ਼ਨ। ਹੁਣ ਐਵੋਲਿਊਸ਼ਨ ਕਈ ਤਰ੍ਹਾਂ ਦੀ ਹੈ। ਵਨ ਇਜ਼ ਸਟੀਲਰ ਐਵੋਲਿਊਸ਼ਨ। ਸਟੀਲਰ ਐਵੋਲਿਊਸ਼ਨ ਦਾ ਮਤਲਬ ਕੀ ਹੈ? ਇਟਸ ਆਰਡਰਲੀ ਚੇਂਜ ਇਨ ਕੰਪੋਨੈਂਟ ਆਫ ਯੂਨੀਵਰਸ that result in birth, maturity and death of star and planets। ਮਤਲਬ ਜਿਹੜੀਆਂ ਆਪਣੀਆਂ ਸਟੈਲਿਸਟੀਕਲ ਬੋਡੀਜ਼ ਦੀ ਗੱਲ ਕਰ ਰਿਹਾ ਉਹ, ਸਾਡੀਆਂ ਗਲੈਕਸੀਜ਼, ਸਾਡੀ ਯੂਨੀਵਰਸ, ਸਾਡੇ ਸਟਾਰਸ, ਉਹ ਕੀ ਹੈ? ਬਣਦੇ ਹੈ, ਮੈਚਿਓਰ ਹੁੰਦੇ ਹੈ, ਖਤਮ ਹੋ ਜਾਂਦੇ ਹੈ। ਸਿਮਿਲਰਲੀ ਦਾ ਵੀ ਆਰ। ਉਸ ਤੋਂ ਬਾਅਦ ਇਨਆਰਗੈਨਿਕ ਐਵੋਲਿਊਸ਼ਨ, ਜਿਹੜੀ ਇਨਆਰਗੈਨਿਕ ਮੈਟਰ ਹੈ, ਐਲੀਮੈਂਟਸ ਹੈ, ਠੀਕ ਹੈ, ਉਹ ਵੀ ਇਹਨਾਂ ਸਟੈਲਿਸਟੀਕਲ ਬੋਡੀਜ਼ ਦੇ ਵਿੱਚ ਹੀ ਫਾਈਂਡ ਆਊਟ ਹੁੰਦੇ ਆ। ਆਪਾਂ ਜੇ ਦੇਖੀਏ ਸਾਡਾ ਜਿਹੜਾ ਓਰੀਜਨ ਹੈ ਉਹ ਯੂਨੀਵਰਸ ਦੇ ਵਿੱਚ ਹੈ, ਜਿਹੜੀ ਬਿਗ ਬੈਂਗ ਥਿਊਰੀ ਉਹਦੇ ਵਿੱਚ ਹੈ, ਉੱਥੇ ਓਰੀਜਨ ਜਿਹੜਾ ਸਾਨੂੰ ਲੱਭੂਗਾ ਆਪਣਾ ਆਪ ਕਿਤੇ ਨਾ ਕਿਤੇ। ਉਸ ਤੋਂ ਬਾਅਦ ਇਹਦੀ ਫਿਜ਼ੀਕਲ ਐਵੋਲਿਊਸ਼ਨ, ਡਿਵੈਲਪਮੈਂਟ ਆਫ ਨਿਊ ਫੀਚਰ ਇਨ ਫਿਜ਼ੀਕਲ ਆਬਜੈਕਟ ਲਾਈਕ ਫਾਰਮੇਸ਼ਨ ਔਰ ਸਿੰਕਿੰਗ ਆਫ ਆਈਲੈਂਡ, raising of mountain, formation of river, development of lakes, all is the evolution। but ਇਹ ਕਿਹੜੀ ਹੈ? ਫਿਜ਼ੀਕਲ ਹੈ। ਉਸ ਤੋਂ ਬਾਅਦ ਇਹਦੀ ਕੈਮੀਕਲ ਐਵੋਲਿਊਸ਼ਨ। ਕੈਮੀਕਲ ਐਵੋਲਿਊਸ਼ਨ ਦਾ ਮਤਲਬ ਜਿਵੇਂ ਆਪਾਂ ਕੈਮੀਕਲ ਚੇਂਜ ਪੜ੍ਹਦੇ ਹਾਂ, ਆਕਸੀਡੇਸ਼ਨ ਪੜ੍ਹਦੇ ਹਾਂ, ਰਿਡਕਸ਼ਨ ਪੜ੍ਹਦੇ ਹਾਂ, ਸੋ ਨਵੇਂ ਕੈਮੀਕਲ ਐਗਜ਼ਿਸਟਿੰਗ ਵਨ ਤੋਂ ਬਣਦੇ ਹੈ। ਠੀਕ ਹੈ, ਦੈਟ ਇਜ਼ ਏ ਕੈਮੀਕਲ ਐਵੋਲਿਊਸ਼ਨ। and today we will discuss about organic or biological evolution। organic या biological evolution की है? this is a development of newer type of organism from the pre-existing ones due to genetic changes over a period of time, that is called organic or biological evolution, which was first coined this term by Spencer and Darwin
termed evolution be a descent with modification। ਤਾਂ ਉਹਨੇ ਕਿਹਾ ਕਿ ਮੋਡੀਫਿਕੇਸ਼ਨ ਕੁਛ ਚੇਂਜਿਸ ਆਉਂਦੀਆਂ ਜਨਰੇਸ਼ਨ ਟੂ ਜਨਰੇਸ਼ਨ, ਉਹ ਅਡੈਪਟਿਵ ਹੋ ਜਾਂਦੀਆਂ, ਜਿਹਦੇ ਕਰਕੇ ਇੱਕ ਪਰਮਾਨੈਂਟ ਚੇਂਜ ਜਿਹੜੀ ਹੈ ਉਹ ਸਪੀਸ਼ੀਜ਼ ਦੇ ਵਿੱਚ ਆ ਜਾਂਦੀ ਹੈ। ਸੋ ਕਈ ਪਰਸਨ ਹੈ ਜਿਨ੍ਹਾਂ ਨੇ ਇਹਦੇ ਬਾਰੇ ਐਕਸਪਲੇਨ ਕੀਤਾ ਸੀਗਾ ਐਵੋਲਿਊਸ਼ਨ ਦੇ ਬਾਰੇ। ਸੋ ਹਾਂਜੀ, ਇਸ ਤੋਂ ਬਾਅਦ ਜਿਹੜੀ ਐਵੋਲਿਊਸ਼ਨ ਹੈ ਉਹ ਸਟਾਰਟ ਹੁੰਦੀ ਹੈ ਕ੍ਰੀਏਸ਼ਨ ਆਫ ਸਟਾਰ ਤੋਂ। ਠੀਕ ਹੈ, ਬਟ ਆਪਾਂ ਡਿਟੇਲ ਦੇ ਵਿੱਚ ਇਹਨੂੰ ਨਹੀਂ ਪੜ੍ਹਨਾ, ਉਹ ਇੱਕ ਫਿਜ਼ਿਕਸ ਦਾ ਆਸਪੈਕਟ ਹੈ। ਆਪਾਂ ਬਾਇਓਲੋਜੀਕਲ ਆਸਪੈਕਟ 'ਤੇ ਸਿਰਫ ਇਹਨੂੰ ਗੋ ਥਰੂ ਹੋਣਾ ਇਹਦੇ ਵਿੱਚੋਂ, ਨਾ ਹੀ ਇਹ ਪੇਪਰ ਪੁਆਇੰਟ ਆਫ ਵਿਊ ਤੋਂ ਇੰਨਾ ਇੰਪੋਰਟੈਂਟ ਹੈ। ਤਾਂ ਯੂਨੀਵਰਸ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਯੂਨੀਵਰਸ ਕੀ ਹੈ? ਵਿਚ ਹੈਜ਼ 10 ਦੀ ਪਾਵਰ 5 ਮਿਲੀਅਨ ਗਲੈਕਸੀਜ਼, ਵਿਦ ਈਚ ਗਲੈਕਸੀਜ਼ ਹੈਜ਼ 10 ਦੀ ਪਾਵਰ 5 ਮਿਲੀਅਨ stars, and study of that is called cosmology, that is study of universe। the galaxies की है, this is group of stars, 10 the power 5 million stars or trillion stars, ठीक है, is called a galaxy। अपनी मिल्की वे है, आकाश गंगा है। तो ये ਜਿਹੜੀਆਂ ਗਲੈਕਸੀਜ਼ ਹੈ ਇਹਦੇ ਵਿੱਚ ਕਈ ਸਟਾਰ ਜਿਹੜੇ ਹੈ ਉਹਨਾਂ ਦੇ ਆਲੇ ਦੁਆਲੇ ਕਈ ਜਿਵੇਂ ਸੋਲਰ ਆਪਣਾ ਸਿਸਟਮ ਹੈ ਜਾਂ ਹੋਰ ਕਿਤੇ ਪਲੈਨਟਸ ਹੋ ਸਕਦੇ ਆ, ਉਹਦੇ ਅਰਾਊਂਡ ਰਿਵੋਲਵ ਕਰ ਸਕਦੇ ਆ। ਤਾਂ ਇਹ ਕਿਸ ਤਰ੍ਹਾਂ ਓਰੀਜੀਨੇਟ ਹੁੰਦੇ ਆ ਕਿ ਅਸਲ ਦੇ ਵਿੱਚ ਸਾਰਾ ਜਿਹੜਾ ਯੂਨੀਵਰਸ ਹੈ ਇਹ ਗੈਸ਼ੀਅਸ ਕੰਪੋਨੈਂਟ ਹੈ। ਡਿਊ ਟੂ ਗ੍ਰੈਵੀਟੇਸ਼ਨ, ਬੇਸਿਕਲੀ ਹਾਈਡਰੋਜਨ ਗੈਸ, ਇਟ ਗੈਟ ਕੰਸਨਟ੍ਰੇਟਡ, ਇੱਕ ਪੁਆਇੰਟ 'ਤੇ ਕੰਸਨਟ੍ਰੇਟ ਹੋ ਜਾਂਦੀ ਹੈ। ਤਾਂ ਉੱਥੇ ਜਿਹੜਾ ਗ੍ਰੈਵੀਟੇਸ਼ਨਲ ਫੋਰਸ ਹੈ ਉਹ ਬਹੁਤ ਜ਼ਿਆਦਾ ਹੁੰਦਾ ਹੈ। ਤਾਂ ਗ੍ਰੈਵੀਟੇਸ਼ਨਲ ਫੋਰਸ ਜ਼ਿਆਦਾ ਹੋਣ ਕਰਕੇ ਹਾਈਡਰੋਜਨ ਕੰਬਾਈਨ ਹੋ ਜਾਂਦੀ ਹੈ, ਦੈਟ ਰਿਜ਼ਲਟ ਇਨਟੂ ਦ ਫਾਰਮੇਸ਼ਨ ਆਫ ਹੀਲੀਅਮ ਐਂਡ ਲਾਰਜ ਅਮਾਊਂਟ ਆਫ ਐਨਰਜੀ ਇਜ਼ ਟੂ ਬੀ ਪ੍ਰੋਡਿਊਸਡ, ਦੈਟ ਇਜ਼ ਕਾਲਡ ਫਿਊਜ਼ਨ ਰਿਐਕਸ਼ਨ। ਤਾਂ ਫਿਊਜ਼ਨ ਰਿਐਕਸ਼ਨ ਦੇ ਕਾਰਨ ਹੀ ਸਟਾਰ ਡਿਵੈਲਪ ਹੁੰਦੇ ਆ। ਹੁਣ ਵਿਦ ਦਾ ਟਾਈਮ ਬੀਇੰਗ ਹੌਲੀ ਹੌਲੀ ਕੀ ਹੁੰਦਾ ਕਿ ਜਿਵੇਂ ਹਾਈਡਰੋਜਨ ਹੈ ਉਹ ਕੰਜ਼ਿਊਮ ਹੋ ਕੇ ਹੀਲੀਅਮ ਬਣ ਜਾਂਦੀ ਹੈ, ਤਾਂ ਫਰਦਰ ਗ੍ਰੈਵੀਟੇਸ਼ਨ ਉਹ ਸਟਾਰ ਦੇ ਅੰਦਰ ਬਹੁਤ ਜ਼ਿਆਦਾ ਹੁੰਦੀ ਹੈ। ਹੀਲੀਅਮ ਜਿਹੜੀਆਂ ਆਪਸ 'ਚ ਕੰਬਾਈਨ ਹੋ ਕੇ, ਦੋ ਹੀਲੀਅਮ ਆਪਸ 'ਚ ਕੰਬਾਈਨ ਹੋ ਸਕਦੀਆਂ ਜਾਂ ਇੱਕ ਹੀਲੀਅਮ ਅਤੇ ਇੱਕ ਹਾਈਡਰੋਜਨ ਕੰਬਾਈਨ ਹੋ ਸਕਦੀ ਹੈ। ਤਾਂ ਆਪਾਂ ਨੇ ਕੋਲੇ ਜੇ ਆਪਾਂ ਗੱਲ ਕਰੀਏ ਹੀਲੀਅਮ ਦਾ ਅਟੋਮਿਕ ਨੰਬਰ ਕਿੰਨਾ, 2, ਅਤੇ 2 ਹੀਲੀਅਮ ਕੰਬਾਈਨ ਹੋ ਗਈਆਂ, 4 ਅਟੋਮਿਕ ਨੰਬਰ ਬਣ ਗਿਆ, ਉਹ ਕਿਹਦਾ ਹੋ ਗਿਆ? ਬਰੀਲੀਅਮ ਦਾ। ਇਸੇ ਤਰ੍ਹਾਂ ਫਿਰ ਬਰੀਲੀਅਮ ਆਪਸ 'ਚ ਕੰਬਾਈਨ ਹੋ ਸਕਦੇ ਆ, ਤਾਂ 4 ਅਤੇ 4 8 ਅਟੋਮਿਕ ਨੰਬਰ ਕਿਹਦਾ ਬਣ ਗਿਆ ਆਪਣੇ ਕੋਲੇ? ਦੈਟ ਇਜ਼ ਆਫ ਆਕਸੀਜਨ। ਇਸ ਤਰੀਕੇ ਨਾਲ ਐਲੀਮੈਂਟਸ ਜਿਹੜੇ ਹੈ ਤਿਆਰ ਹੋਏ ਹੋਣਗੇ। ਦੈਟ ਇਜ਼ ਦਾ ਆਪਾਂ ਕਹਿ ਸਕਦੇ ਹਾਂ ਹਾਈਪੋਥਸਿਸ ਹੈ ਕਿ ਇਸ ਤਰੀਕੇ ਨਾਲ ਐਲੀਮੈਂਟਸ ਜਿਹੜੇ ਆ ਉਹ ਤਿਆਰ ਹੋ ਗਏ ਸਟਾਰ ਦੇ ਵਿੱਚ। ਤਾਂ ਉਸ ਦੇ ਸਟਾਰ ਦੀ ਡੈਥ ਤੋਂ ਬਾਅਦ ਜਦੋਂ ਸਟਾਰ ਦਾ, ਜਿਹਨੂੰ ਆਪਾਂ ਸੁਪਰਨੋਵਾ ਜਾਂ ਡਵਾਰਫ, ਵਾਈਟ ਡਵਾਰਫ ਦੀ ਫਾਰਮ ਦੇ ਵਿੱਚ ਐਕਸਪ੍ਰੈਸ ਕਰਦੇ ਹਾਂ, ਤਾਂ ਉਦੋਂ ਜਦੋਂ ਉਹਨਾਂ ਦੀ ਡੈਥ ਆਫ ਸਟਾਰ ਹੁੰਦੀ ਹੈ ਤਾਂ ਦੇਰ ਇਜ਼ ਏ ਲਾਰਜ ਐਕਸਪਲੋਜਨ ਹੁੰਦਾ। ਤਾਂ ਉਦੋਂ ਉਹ ਐਲੀਮੈਂਟਸ ਜਿਹੜੇ ਆ ਉਹ ਮੇ ਬੀ ਖਿਲਰ ਗਏ ਹੋਣ ਸਾਰੇ ਯੂਨੀਵਰਸ ਦੇ ਵਿੱਚ। ਠੀਕ ਹੈ, ਸੋ ਦੈਨ ਇੱਕ ਜਿਹੜਾ ਥਿਓਰੈਟੀਕਲ ਥਰਮੋਨਿਊਕਲੀਅਰ ਐਕਸਪਲੋਜਨ ਹੈ ਦੈਟ ਇਜ਼ ਬਿਲੀਵਡ ਟੂ ਬੀ ਟੇਕ ਪਲੇਸ ਅਬਾਊਟ 20 ਬਿਲੀਅਨ ਈਅਰ ਐਗੋ। ਇਹ ਇੱਕ ਅਜਿਹਾ ਐਕਸਪਲੋਜਨ ਸੀ ਜਿਹਦੇ ਮੰਨਿਆ ਜਾਂਦਾ ਹੈ ਕਿ ਇੱਥੋਂ ਜਿਹੜੀ ਓਰੀਜਨ ਆਫ ਲਾਈਫ ਹੋਈ ਹੈ। ਤਾਂ ਪੀ ਦੇ ਸੀਡ ਜਿੰਨਾ ਹੀ ਇੱਕ ਛੋਟਾ ਜਿਹਾ ਕਾਸਮਿਕ ਮੈਟਰ ਸੀਗਾ ਜਿਹੜਾ ਬਹੁਤ ਜ਼ਿਆਦਾ ਕੰਡੈਂਸੀ ਐਂਡ ਸੁਪਰ ਹਾਟ ਸੀਗਾ, ਇਹ ਬਲਾਸਟ ਕਰ ਗਿਆ ਅਤੇ ਸਾਰੇ ਇੱਥੋਂ ਯੂਨੀਵਰਸ ਸਟਾਰਟ ਹੋਇਆ ਅਤੇ ਇਹ ਪੂਰੀ ਤਰ੍ਹਾਂ ਖਿਲਰਦਾ ਗਿਆ, ਇੱਕ ਦੂਜੇ ਤੋਂ ਦੂਰ ਜਾ ਰਿਹਾ ਅਤੇ ਅੱਜ ਵੀ ਇਹ ਜਾ ਰਿਹਾ। ਕੁਛ ਜਿਹੜੀਆਂ ਗੈਸਿਸ ਸੀ ਉਹ ਕੰਡੈਂਸ ਹੋ ਗਈਆਂ, ਕਨਵਰਟਡ ਇਨਟੂ ਦ ਸਟਾਰਸ। ਕੁਛ ਇਨਆਰਗੈਨਿਕ ਮੈਟਰ ਸੀਗਾ ਜਿਹੜਾ ਕਿ ਉਹ ਪਲੈਨਟਸ ਅਤੇ ਨੈਚੁਰਲ ਸੈਟੇਲਾਈਟ ਦੇ ਵਿੱਚ ਕਨਵਰਟ ਹੋ ਗਿਆ, ਐਸਟਰੋਇਡ ਦੇ ਵਿੱਚ ਕਨਵਰਟ ਹੋ ਗਿਆ ਐਂਡ ਸੋ ਔਨ। ਤਾਂ ਇਸ ਤਰੀਕੇ ਨਾਲ ਇਹਨਾਂ 'ਚੋਂ ਹੀ ਇੱਕ ਜਿਹੜਾ ਸਾਡਾ ਸੋਲਰ ਸਿਸਟਮ ਜਿਹੜੀ ਫਾਰਮੇਸ਼ਨ ਉਹ ਇਸ ਤਰ੍ਹਾਂ ਹੋਈ ਹੈ। ਹੁਣ ਆਪਾਂ ਗੱਲ ਆਈਏ ਬਾਇਓਲੋਜੀਕਲ ਕਨਸੈਪਟ ਆਫ ਓਰੀਜਨ ਆਫ ਲਾਈਫ 'ਤੇ। ਤਾਂ ਜਿਹੜੀ ਜੇ ਓਲਡੈਸਟ ਆਪਾਂ ਰੌਕ ਦੇਖੀਏ ਇਗਨੀਅਸ ਨੇਚਰ ਦੀ, ਦੈਟ ਇਜ਼ ਅਬਾਊਟ 5.3 ਬਿਲੀਅਨ ਈਅਰ ਓਲਡ।
the oldest sedimentary rock that is 3.9 billion year old. ਇਹਨਾਂ ਦੇ ਵਿੱਚ ਬੇਸਿਕਲੀ ਕਾਰਬੋਨੇਟ ਤੇ ਆਰਗੈਨਿਕ ਓਰੀਜਨ ਦੇ ਸੀਗੇ। ਇਸ ਤੋਂ ਇਲਾਵਾ ਜੇ ਪਹਿਲੇ ਫਸਟ ਸਾਈਨੋਬੈਕਟੀਰੀਆ ਜਿਹੜੇ ਕਿ ਫੋਟੋਸਿੰਥੈਟਿਕ ਨੇਚਰ ਦੇ ਸੀ ਉਹ 3.3 to 3.5 billion year old ਆ। So the region of life or biopiosis approximately 4,000 to 4,200 million year ago ਹੋਇਆ ਹੋਏਗਾ। bios mean life, biosis mean making। ਇਹ ਜਿਹੜਾ process ਹੈ ਇਹ 4,000 ਮਿਲੀਅਨ ਸਾਲ ਪੁਰਾਣਾ ਹੈ। ਠੀਕ ਹੈ, ਹੁਣ ਕੋਈ ਥਿਊਰੀਜ਼ ਹੈ ਇਹਦੇ ਪਿੱਛੇ ਵੀ ਇਹ ਓਰੀਜਨ ਕਿਸ ਤਰ੍ਹਾਂ ਹੋਇਆ। ਫਸਟ ਥਿਊਰੀ ਆਫ ਸਪੈਸ਼ਲ ਕ੍ਰੀਏਸ਼ਨ, ਇਹ ਤਾਂ ਪੁਰਾਣਾ ਮਤਲਬ ਰਿਲੀਜੀਅਸ ਥਿਊਰੀ ਹੈ, ਬਾਈਬਲ ਦੀ ਥਿਊਰੀ ਹੈ ਕਿ ਇਹਦੇ 'ਚ ਕੀ ਹੋਇਆ ਹੋਏਗਾ ਕਿ ਕੁਦਰਤ ਨੇ ਇੱਕ ਜਿਹੜਾ ਮੈਨ ਅਤੇ ਵੂਮਨ ਇਸ ਧਰਤੀ ਦੇ ਉੱਤੇ ਪੈਦਾ ਕੀਤੇ ਹੈ। ਗੋਡ ਕ੍ਰੀਏਟਡ ਦਾ ਹੋਲ ਵਰਲਡ। ਠੀਕ ਹੈ, ਐਡਮ ਅਤੇ ਈਵ ਦੀ ਜਿਹੜੀ ਕਹਾਣੀ ਹੈ ਦੈਟ ਵਾਜ਼ ਦਾ ਬੇਸਿਸ ਆਫ ਦਿਸ ਥਿਊਰੀ। ਤਾਂ ਪਰ ਇਹ ਜਿਹੜੀ ਆਪਾਂ ਕੀ ਕਹਿ ਸਕਦੇ ਹਾਂ ਕਿ ਥਿਊਰੀ ਜਿਹੜੀ ਹੈ ਕੋਈ ਮੰਨਣ ਯੋਗ ਨਹੀਂ ਹੈਗੀ, ਬਿਕਾਜ਼ ਇਹਦੇ 'ਚ ਕੋਈ ਸਾਇੰਟੀਫਿਕ ਲੌਜਿਕ ਨਹੀਂ ਹੈਗਾ ਹੈ ਨਾ। ਇਹ ਤਾਂ ਇੱਕ ਅੰਧ ਵਿਸ਼ਵਾਸ ਹੈ, ਉਹਦੇ ਬੇਸ 'ਤੇ ਇਹ ਥਿਊਰੀ ਹੈ। ਥਿਊਰੀ ਆਫ ਅਟਰਨਿਟੀ, different living being planet star existed as such from beginning and would continue to exist till eternity। eternity ਦਾ ਮਤਲਬ ਇਹ ਹੈ ਵੀ ਇਹਦਾ ਅੰਤ ਹੀ ਕੋਈ ਨਹੀਂ, ਸ਼ੁਰੂ ਤੋਂ ਹੈਗੇ ਸੀ ਤੇ ਸ਼ੁਰੂ ਐਂਡ ਤੱਕ ਜਾਣਗੇ, ਇਹ ਨਾ ਖਤਮ ਹੋਣਗੇ। ਕਦੋਂ ਹੋਏ ਆ ਇਹਦਾ ਕੋਈ ਅੰਤ ਨਹੀਂ, ਮਤਲਬ ਦੋ ਸਿਰਿਆਂ ਦਾ ਨਾ ਕੋਈ ਸ਼ੁਰੂਆਤ ਹੈ ਨਾ ਕੋਈ ਅੰਤ ਹੈ। ਥਿਊਰੀ ਆਫ ਕੈਟਾਸਟ੍ਰੋਫਿਜ਼ਮ, ਇਹ ਇੱਕ ਥਿਊਰੀ ਸੀ ਵਿਚ ਇਜ਼ ਐਕਸਪੀਰੀਐਂਸਡ ਸੈਵਰਲ ਏਜਿਸ। At the end of each age, all or the most organisms die, while at the beginning of next new age, they are recreated by Almighty। ਫਿਰ ਇਹ ਥਿਊਰੀ ਗੋਡ ਨੈਚੁਰਲ ਪਾਵਰ ਉਹਦੇ 'ਤੇ ਹੀ ਬੇਸਡ ਹੈ ਕਿ ਕੋਈ ਕੈਟਾਸਟ੍ਰੋਫ ਜਿਵੇਂ ਹੁਣ ਕਰੋਨਾ ਆਇਆ ਜਾਂ ਕੋਈ ਹੋਰ ਬਿਮਾਰੀ ਹੈ ਤਾਂ ਕੀ ਹੋ ਰਿਹਾ, ਇਹਦੇ ਨਾਲ ਲੋਕ ਮਰ ਰਹੇ ਹੈ, ਜੀਵ ਮਰ ਰਹੇ ਹੈ, ਤਾਂ ਇਸੇ ਤਰ੍ਹਾਂ ਉਹ ਕਹਿੰਦਾ ਵੀ ਖਤਮ ਹੁੰਦੇ ਰਹਿੰਦੇ ਆ ਅਤੇ ਗੋਡ ਦੇ ਜਿਹੜੀ ਹੈ ਹੈਲਪ ਨਾਲ ਨਵੇਂ ਕ੍ਰੀਏਟ ਹੁੰਦੇ ਰਹਿੰਦੇ ਹੈ। ਸੋ ਦੈਟ ਇਜ਼ ਦਾ ਵੇ। ਉਸ ਤੋਂ ਬਾਅਦ ਆ ਜਾਂਦੀ ਹੈ ਆਪਣੇ ਕੋਲ ਕਾਸਮੋਜ਼ੋਇਕ ਥਿਊਰੀ। ਬੋਥ ਲਿਵਿੰਗ ਐਂਡ ਨੋਨ ਲਿਵਿੰਗ ਮੈਟਰ ਆਰ ਫਾਰਮਡ ਸਿਮਲਟੇਨੀਅਸਲੀ, ਦੋਵੇਂ ਚੀਜ਼ਾਂ ਨਾਲੋਂ ਨਾਲ ਹੀ ਬਣਦੀਆਂ ਹੈ। ਅਰਲੀ ਲਿਵਿੰਗ ਆਬਜੈਕਟ ਵਰ ਰੈਜ਼ਿਸਟੈਂਟ ਸਪੋਰਸ ਕਾਲਡ ਕਾਸਮੋਜ਼ੋਆ। ਕਾਸਮੋਜ਼ੋਆ ਗਿਵ ਡਿਫਰੈਂਟ ਟਾਈਪ ਆਫ ਲਿਵਿੰਗ ਬੀਇੰਗ ਔਨ ਦ ਅਰਥ। ਇਹ ਇੱਕ ਅਨਨੈਚੁਰਲ ਜੀ ਥਿਊਰੀ ਹੈ ਕਿ ਇੱਕੋ ਚੀਜ਼ ਤੋਂ ਸਾਰਾ ਕੁਛ ਬਣਿਆ ਹੈ, ਦੈਟਸ ਨੋਟ ਪੋਸੀਬਲ। ਥਿਊਰੀ ਆਫ ਪੈਨਸਪਰਮੀਆ, ਇਹਨੂੰ ਐਕਸਟਰਾ ਟੈਰੈਸਟਰੀਅਲ ਓਰੀਜਨ ਬੋਲਦੇ ਆ। ਇਹ ਕਾਫੀ ਹੱਦ ਤੱਕ ਅੰਡਰ ਕੰਸੀਡਰੇਸ਼ਨ ਹੈ ਇਨ ਦ ਮਾਈਂਡ ਆਫ ਸਾਇੰਟਿਸਟ, ਕਿਉਂਕਿ ਚੰਦਰਯਾਨ ਹੋ ਗਿਆ ਜਾਂ ਗਗਨਯਾਨ ਹੋ ਗਿਆ ਜਾਂ ਮਾਰਸ ਜਿਹੜਾ ਆਪਾਂ ਪ੍ਰੋਜੈਕਟ ਹੈ ਉਹਦੇ ਵਿੱਚ ਇਹੀ ਦੇਖਿਆ ਜਾ ਰਿਹਾ ਹੈ ਕਿ ਮਾਰਸ 'ਤੇ ਕੁਛ ਇਹੋ ਜਿਹੇ ਸਾਡੇ ਕੋਲ ਐਵੀਡੈਂਸਿਸ ਹੈਗੇ ਆ ਜਿੱਥੋਂ ਲਾਈਫ ਅਰਥ 'ਤੇ ਆਈ ਹੈ। ਮਤਲਬ ਮੰਨਿਆ ਜਾਂਦਾ ਕਿ ਪ੍ਰਿਮਿਟਿਵ ਲਾਈਫ ਜਿਹੜੀ ਹੈ ਜਿਹਨੂੰ ਪੈਨਸਪਰਮੀਆ ਬੋਲਦੇ ਆ, ਇਟ ਕੇਮ ਟੂ ਅਰਥ ਫਰੋਮ ਸਮ ਅਦਰ ਪਲੈਨਟ ਇਨ ਫਾਰਮ ਆਫ ਮਾਈਕਰੋਬਸ ਔਰ ਸਪੋਰਟਸ ਜਾਂ ਮਾਈਕਰੋਬਸ ਦੀ ਫਾਰਮ 'ਚ ਆਈ। ਹਾਂ, ਉੱਥੇ ਹੋ ਸਕਦਾ ਉਹ ਇੰਨੀ ਐਡਵਾਂਸ ਨਾ ਹੋਵੇ, ਬਟ ਜਿਹੜੀ ਉਹਨਾਂ ਦੀ ਇਨੀਸ਼ੀਅਲ ਸਟਾਰਟਿੰਗ ਜਿਹੜੀ ਲਾਈਫ ਸੀਗੀ ਉਹ ਟਰਾਂਸਫਰ ਹੋ ਗਈ ਅਰਥ ਦੇ ਉੱਤੇ, ਅਤੇ ਉਸ ਤੋਂ ਬਾਅਦ ਅਰਥ 'ਤੇ ਮੋਡੀਫਾਈ ਹੋ ਕੇ ਅੱਜ ਇੱਥੇ ਹਿਊਮਨ ਬੀਇੰਗ ਵੀ ਹੈਗਾ। So that's it. Last but not least, because so many theories put forward about it, theory of spontaneous generation। Spontaneous generation ਕੀ believe ਕਰਦੀ ਹੈ that under certain conditions non-living substances give rise to living beings spontaneously। non-living ਤੋਂ living ਬਣਦੇ ਆ, that is the case। acceptable ਤਾਂ ਨਹੀਂ ਹੈਗਾ, ਬਟ ਇਹ ਥਿਊਰੀ ਕਹਿੰਦੀ ਹੈ। ਇਟ ਵਾਜ਼ ਸਪੋਰਟਡ ਬਾਈ ਮੈਨੀ ਅਦਰ ਸਕੋਲਰਸ ਲਾਈਕ ਅਰਿਸਟੋਟਲ, ਪਲੈਟੋ, ਹੈ ਨਾ। ਤਾਂ ਇਹ ਜਿਹੜੇ ਪਰਸਨ ਹੈ ਜਿਹੜੇ ਕਾਫੀ ਇੰਟੈਲੀਜੈਂਟ ਸੀਗੇ ਆਪਦੇ ਟਾਈਮ 'ਤੇ, ਇਹਨਾਂ ਦੀ ਜਿਹੜੀ ਥਿਊਰੀ ਇਹਨਾਂ ਦਾ ਕਹਿਣਾ ਮੰਨਿਆ ਜਾਂਦਾ ਸੀ। ਸੋ ਦੈਟ ਵਾਜ਼ ਦਾ ਥਿਊਰੀ ਕਿ ਨੋਨ ਲਿਵਿੰਗ ਤੋਂ ਹੀ ਲਿਵਿੰਗ ਜਿਹੜੇ ਆ ਉਹ ਪ੍ਰੋਡਿਊਸ ਹੋਏ ਆ।
But most acceptable theory is formation of simple organic compound as a spontaneous generation, ਜਿਹੜਾ ਕਿ ਮਿਲਰ ਐਕਸਪੈਰੀਮੈਂਟ ਸੀਗਾ ਉਹਦੇ ਬੇਸ ਤੇ ਹੈ ਕਿ ਸਪੌਂਟੇਨੀਅਸਲੀ ਇੱਕਦਮ ਆਰਗੈਨਿਕ ਮੋਲੀਕਿਊਲ ਬਣਿਆ ਹੋਏਗਾ ਤੇ ਉਹਦੇ ਤੋਂ ਗਾਂ, ਕਿਉਂਕਿ ਜੇ ਆਪਾਂ ਮੋਲੀਕੂਲ ਥਿਊਰੀ ਆਫ ਇਨਹੈਰੀਟੈਂਸ ਵੇਖੀਏ ਤਾਂ ਲਿਵਿੰਗ ਜਿਹੜੀ ਚੀਜ਼ ਹੈ ਉਹਦਾ ਆਧਾਰ ਹੈ ਡੀਐਨਏ, ਨਿਊਕਲਿਕ ਐਸਿਡ। ਕਾਹਦੇ ਤੋਂ ਬਣਿਆ? ਨਾਈਟ੍ਰੋਜਨ, ਫਾਸਫੋਰਸ, ਸ਼ੂਗਰ ਦੈਟ ਇਜ਼ ਕਾਰਬਨ, ਹਾਈਡਰੋਜਨ, ਆਕਸੀਜਨ, ਇਹਨਾਂ ਕੰਪੋਨੈਂਟ ਤੋਂ। ਤੇ ਹਵਾ ਦੇ ਵਿੱਚ ਇਹ ਹੈਗੇ ਆ, ਆਲ ਆਫ ਥੀਸ ਆਰ। ਬਟ ਬਣੇ ਕਿਵੇਂ? ਕੰਬਾਈਨ ਕਿਵੇਂ ਹੋਏ? ਕੰਪਾਊਂਡ ਕਿਵੇਂ ਬਣੇ? ਕੰਪਲੈਕਸ ਮੋਲੀਕੂਲ ਕਿਵੇਂ ਬਣੇ? that is a point of investigation. So it occurred when the atmosphere was reducing and devoid of ozone shield. ਉਸ ਵੇਲੇ ਐਟਮੋਸਫੇਅਰ ਰਿਡਿਊਸਿੰਗ ਦਾ ਨੇਚਰ ਦਾ ਸੀਗਾ, ਓਜ਼ੋਨ ਸ਼ੀਲਡ ਹੈ ਨਹੀਂ ਸੀਗੀ। ਸਰਫੇਸ ਟੈਂਪਰੇਚਰ ਜਿਹੜਾ ਸੀਗਾ ਉਹ 60 ਡਿਗਰੀ ਸੈਂਟੀਗ੍ਰੇਡ ਤੋਂ ਜ਼ਿਆਦਾ ਸੀ। ਅਲਟਰਾਵਾਇਲਟ ਰੇਡੀਏਸ਼ਨ, ਕਾਸਮਿਕ ਰੇ, ਲਾਈਟਨਿੰਗ ਹੀਟ ਮੇਡ ਦਾ ਐਟਮੋਸਫੀਅਰ ਕੰਪੋਨੈਂਟ ਟੂ ਰਿਐਕਟ ਅਮੰਗ ਦੈਮਸੈਲਫ। ਤਾਂ ਸਾਰੇ ਕੰਪੋਨੈਂਟ ਆਪਸ 'ਚ ਰਿਐਕਟ ਕਰ ਸਕਦੇ ਸੀ ਅਤੇ ਪ੍ਰੋਡਿਊਸ ਕਰ ਸਕਦੇ ਸੀ ਆਰਗੈਨਿਕ ਕੰਪਾਊਂਡ, ਜਿਵੇਂ ਸ਼ੂਗਰ, ਫੈਟੀ ਐਸਿਡ, ਗਲਿਸਰੋਲ, ਅਮਾਈਨੋ ਐਸਿਡ, ਪ੍ਰਿਮਿਡਿਨਸ। ਪ੍ਰਿਮਿਡਿਨਸ ਕਿਹੜੇ ਆ ਗਏ? ਅਤੇ ਪਿਊਰਿਨਸ, ਜਿਹੜੇ ਕਿ ਨਿਊਕਲੀਓਟਾਈਡ ਫਾਰਮੇਸ਼ਨ 'ਚ ਹੈਲਪ ਕਰਦੇ ਆ। ਦੇ ਆਰ ਲਿਟਲ ਡੀਗ੍ਰੇਡੇਸ਼ਨ ਆਫ ਥੀਸ ਆਰਗੈਨਿਕ ਕੰਪਾਊਂਡ ਡਿਊ ਟੂ ਐਬਸੈਂਸ ਆਫ ਐਨਜ਼ਾਈਮ ਐਂਡ ਫ੍ਰੀ ਆਕਸੀਜਨ। ਨਾ ਤਾਂ ਐਨਜ਼ਾਈਮ ਸੀ, ਨਾ ਫ੍ਰੀ ਆਕਸੀਜਨ ਸੀ, ਇਸ ਕਰਕੇ ਡੀਗ੍ਰੇਡ ਨਹੀਂ ਸੀ ਹੁੰਦੇ। ਇਹਦੇ ਕਰਕੇ ਆਪਾਂ ਇਹ ਕਹਿ ਸਕਦੇ ਹਾਂ ਆ ਡਿਲਿਊਟ ਹੌਟ ਸੂਪ, ਜਿਹੜਾ ਹੈਲਡੇਨ ਨੇ ਕਿਹਾ ਸੀ, ਜਿਹਨੂੰ ਬਰੋਥ ਦਾ ਨਾਮ ਵੀ ਦਿੱਤਾ ਸੀ, ਕੇਮ ਇਨਟੂ ਐਗਜ਼ਿਸਟੈਂਸ। ਇਥੇਨ, ਕਾਰਬਨ ਡਾਈਆਕਸਾਈਡ, ਵਾਟਰ ਗਿਵ ਰਾਈਜ਼ ਟੂ ਸ਼ੂਗਰ, ਫੈਟੀ ਐਸਿਡ ਐਂਡ ਗਲਿਸਰੋਲ। ਤਾਂ ਇਹ ਸਨ ਦੀ એનર્ਜੀ ਇਸੇ ਤਰ੍ਹਾਂ ਦੇਖ ਸਕਦੇ ਹਾਂ, ਜਿਵੇਂ ਇਹਨੇ ਰਿਪਰਜੈਂਟੇਸ਼ਨ ਕੀਤੀ ਹੈ। ਲਾਈਟਨਿੰਗ ਹੋਈ, ਬੱਦਲਾਂ ਦੇ ਕਰਕੇ ਬਿਜਲੀ ਚਾਰਜਿੰਗ ਹੋਈ, ਤਾਂ ਉਹਦੇ ਕਰਕੇ ਜਿਹੜੇ ਇਹ ਮੋਲੀਕਿਊਲ ਹੈ ਕੰਬਾਈਨ ਹੋ ਗਏ। ਸੋ the important basic requirement of origin of biomolecule were reducing atmosphere। ਇੱਕ ਤਾਂ ਹੈਗਾ ਸੀ ਇਹ, ਇਹਦਾ ਕਾਰਨ ਸੀ ਕਿ ਬਾਇਓਮੋਲੀਕੂਲ ਬਣ ਸਕਦੇ ਸੀ। ਐਨਰਜੀ ਮਿਲਦੀ ਪਈ ਸੀ ਸਨ ਤੋਂ, ਹੌਟ ਅਰਥ ਸੀਗੀ, ਅਤੇ ਅਲਟਰਨੇਟ ਕੰਡੈਂਸੇਸ਼ਨ ਅਤੇ ਵੈਪੋਰੇਸ਼ਨ ਹੋ ਰਹੀ ਸੀ। ਰਾਈਟ ਕੈਮੀਕਲ ਹੈਗੇ ਸੀ ਲਾਈਕ ਕਾਰਬਨ, ਹਾਈਡਰੋਜਨ, ਨਾਈਟ੍ਰੋਜਨ ਅਤੇ ਵਾਟਰ, ਜਿਹੜੇ ਕਿ ਰਿਕੁਆਇਰਡ ਸੀਗੇ। ਤਾਂ ਮਿਲਰ ਨੇ ਕੀ ਕੀਤਾ? ਵਾਟ ਡਿਡ ਮਿਲਰ? ਉਹ ਜਿਹੜਾ ਨੇਚਰ ਦੇ ਵਿੱਚ ਹੋਇਆ ਉਹਨੇ ਲੈਬ 'ਚ ਕਰਕੇ ਦੇਖਿਆ। ਸਟੈਨੇ ਮਿਲਰ ਨੇ 1953 ਦੇ ਵਿੱਚ ਗ੍ਰੈਜੂਏਟ ਸਟੂਡੈਂਟ ਸੀਗਾ ਹਾਰਲਡ ਸੀ ਯੂਰੇ ਯੂਨੀਵਰਸਿਟੀ ਤੋਂ। ਉਹਨੇ ਇੱਕ ਆਪਰੇਟਸ ਡਿਜ਼ਾਈਨ ਕੀਤਾ ਫॉर ਸਿਮੂਲੇਟਿੰਗ ਕੰਡੀਸ਼ਨਸ। ਉਹਦੇ ਵਰਗੀਆਂ ਜਿਹੜੀਆਂ ਅਸਲੀ ਹਾਲਾਤ ਹੋਏ ਹੋਣਗੇ ਉਹਦੇ ਵਰਗੀਆਂ ਕੰਡੀਸ਼ਨਾਂ ਕ੍ਰੀਏਟ ਕੀਤੀਆਂ। ਐਟ ਦਾ ਟਾਈਮ ਆਫ ਏ ਬਾਇਓਜੈਨਿਕ ਐਵੋਲਿਊਸ਼ਨ ਆਫ ਦਾ ਆਰਗੈਨਿਕ ਸਬਸਟੈਂਸ। ਤਾਂ ਆਪਰੇਟਸ ਹੈਡ ਏ ਸਪਾਰਕ ਚੈਂਬਰ ਆ, ਦੇਖ ਸਕਦੇ ਹੋ ਤੁਸੀਂ, ਇਹਦੇ ਵਿੱਚ ਇੱਕ spark chamber ਹੈ। this one is called spark chamber with two electrodes। ਉਹਦੇ ਅੰਦਰ ਦੋ ਇਲੈਕਟ੍ਰੋਡ ਪਾਈਆਂ ਹੋਈਆਂ, ਰੋਡ ਦੇਖ ਸਕਦੇ ਹੋ ਤੁਸੀਂ, ਦੋ ਜਿਵੇਂ ਸੂਈ ਪਿੰਨਾਂ ਹੁੰਦੀਆਂ। ਤਾਂ 75,000 ਵੋਲਟ ਆਫ ਐਨਰਜੀ ਇਜ਼ ਟੂ ਬੀ ਪ੍ਰੋਵਾਈਡਡ। ਤਾਂ ਫਲਾਸਕ ਫॉर ਬੋਇਲਿੰਗ ਐਂਡ ਦੈਨ ਉਹ ਤੋਂ ਬਾਅਦ ਬੋਇਲਿੰਗ ਵਾਸਤੇ ਫਲਾਸਕ ਹੈ, ਦੈਨ ਫਿਰ ਕੰਡੈਂਸੇਸ਼ਨ ਵਾਸਤੇ, ਠੀਕ ਹੈ। ਤਾਂ ਉਹਨੇ ਸਿਮੂਲੇਸ਼ਨ ਕੀਤੀ, ਇਹਨੂੰ ਉਹਨੇ ਜਿਹੜਾ ਲਿਕੁਇਡ ਬਣਿਆ ਦੈਟ ਇਜ਼ ਨੋਨ ਐਜ਼ ਹੈਲਡੇਨ ਸੂਪ। ਤਾਂ ਉਹਨੇ ਕੀ ਕੀਤਾ, ਇਹਦੇ 'ਚ ਮਿਲਰ ਯੂਜ਼ਡ ਮਿਕਸਚਰ ਆਫ ਮਿਥੇਨ, ਅਮੋਨੀਆ, ਹਾਈਡਰੋਜਨ, ਵਾਟਰ, ਅਤੇ ਉਹਨੂੰ ਸਪਾਰਕ ਕੀਤਾ, ਇਲੈਕਟ੍ਰਿਕ ਡਿਸਚਾਰਜ ਕੀਤਾ। ਅਤੇ ਉਸ ਤੋਂ ਬਾਅਦ ਕੰਡੈਂਸੇਸ਼ਨ ਕੀਤੀ, ਦੈਨ ਬੋਇਲਿੰਗ ਕੀਤੀ, ਅਤੇ ਫਿਰ ਐਕਸਟ੍ਰੈਕਸ਼ਨ ਕੀਤੀ। ਤਾਂ ਥਰੂ ਕ੍ਰੋਮੈਟੋਗ੍ਰਾਫੀ ਤਾਂ ਉਹਨੇ ਕੀ ਆਇਡੈਂਟੀਫਾਈ ਕੀਤਾ? ਬੜੀ ਹੈਰਾਨੀ ਵਾਲੀ ਗੱਲ ਹੈ, 15 ਅਮਾਈਨੋ ਐਸਿਡ ਉਹਨੂੰ ਮਿਲ ਗਏ, ਗਲਾਈਸਿਨ, ਐਲੈਨਿਨ, ਐਸਪਾਰਟਿਕ ਐਸਿਡ। ਇਸ ਤੋਂ ਇਲਾਵਾ ਆਰਗੈਨਿਕ ਐਸਿਡ ਮਿਲ ਗਏ, ਸ਼ੂਗਰ ਮਿਲ ਗਈ, ਪਿਊਰਿਨ, ਐਡੈਨਿਨ ਮਿਲ ਗਈ। ਐਡੈਨਿਨ ਮੇਨ ਕੰਪੋਨੈਂਟ ਹੈ ਡੀਐਨਏ ਦਾ, ਇਹਦਾ ਮਤਲਬ ਡੀਐਨਏ ਮਿਲ ਗਿਆ। ਇਹਦਾ ਮਤਲਬ ਜੇ ਲੈਬ ਦੇ ਵਿੱਚ ਇਹ ਹੋ ਸਕਦਾ ਤਾਂ ਨੇਚਰ ਤਾਂ ਕਰ ਹੀ ਸਕਦੀ ਹੈ। ਸੋ ਇਹ ਜਿਹੜੀ ਓਰੀਜਨ ਆਫ ਲਾਈਫ ਹੈ ਉਹ ਚਮਤਕਾਰ ਨਾਲ ਨਹੀਂ ਹੋਇਆ, ਇਹ ਸਰਟਨ ਕੰਡੀਸ਼ਨਸ ਜਿਹੜੀਆਂ ਫੇਵਰੇਬਲ ਸੀਗੀਆਂ ਫॉर ਲਾਈਫ ਉਹ ਇਕੱਠੀਆਂ ਹੋ ਗਈਆਂ, ਜਿਹਦੇ ਕਰਕੇ ਜਿਹੜੀ ਲਾਈਫ ਹੈ ਉਹ ਅਰਥ 'ਤੇ ਫੋਰਮ ਹੋ ਗਈ। ਸੋ ਦੈਟ ਇਨ ਵੇ ਐਵੋਲਿਊਸ਼ਨ ਆਫ ਜਾਂ ਰੀਜਨ ਆਫ ਲਾਈਫ occurs।